दुनिया च तैनू जे चैन नहीं लगदा, दुनिया च तैनू जे चैन नहीं लगदा। यीशु कोल आवी ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवें थावां विच खेडे पिया खाना है। पापा दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवे ते चंगा है, दुनिया च तैनू जे चैन नहीं लगदा। प्रेज़ द लॉर्ड एवरीवन। मैं पास्टर कुलभूषण जौहर एशियन चर्च ऑफ क्राइस्ट वैंकूवर BC ਤੋਂ प्रोग्राम नई जिंदगी ਦੇ ਵੱਲ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਮੈਂ ਉਮੀਦ ਕਰਦਾ ਤੁਸੀਂ ਸਭ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ, ਪਰਮੇਸ਼ਰ ਦੇ ਕਲਾਮ ਦੇ ਵਿੱਚ ਵੱਧ ਰਹੇ ਹੋਵੋਗੇ। ਆਓ ਅਸੀਂ ਹਰ ਵਾਰ ਦੀ ਤਰ੍ਹਾਂ ਪਰਮੇਸ਼ਰ ਦੇ ਵਚਨ ਚੋਂ ਸਿੱਖਣ ਤੋਂ ਪਹਿਲਾਂ, ਕਲਾਮ ਨੂੰ ਪੜ੍ਹਨ ਤੋਂ ਪਹਿਲਾਂ ਆਪਣੇ ਸਿਰਾਂ ਨੂੰ ਝੁਕਾਵਾਂਗੇ, ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਸਰਵਸ਼ਕਤੀਮਾਨ ਪਰਮੇਸ਼ਰ ਯਿਸੂ ਮਸੀਹ ਨਾਸਰੀ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਅੱਛੇ ਸੱਚੇ ਜੀਵਿਤ ਦਇਆ ਕਰਨ ਵਾਲੇ ਪਰਮੇਸ਼ਰ ਹੋ, ਦੁਆਵਾਂ ਨੂੰ ਸੁਣਦੇ ਹੋ, ਪ੍ਰਾਰਥਨਾਵਾਂ ਦਾ ਉੱਤਰ ਦਿੰਦੇ ਹੋ। ਤੁਹਾਡਾ ਧੰਨਵਾਦ। ਅੱਜ ਇੱਕ ਵਾਰ ਫਿਰ ਜਦੋਂ ਅਸੀਂ ਤੁਹਾਡੇ ਕਲਾਮ ਦੇ ਵਿੱਚੋਂ ਖੁਦਾਵੰਦ ਸਿੱਖਣ ਜਾ ਰਹੇ ਹਾਂ, ਜਦੋਂ ਤੁਹਾਡੇ ਕੋਲ ਬੈਠਣ ਜਾ ਰਹੇ, ਖੁਦਾਵੰਦ ਸਾਡੀ ਮਦਦ ਕਰਨਾ, ਸਾਡੀ ਸਹਾਇਤਾ ਕਰਨਾ। ਤੁਹਾਡਾ ਪਵਿੱਤਰ ਆਤਮਾ ਸਾਨੂੰ ਲੀਡ ਕਰੇ, ਗਾਈਡ ਕਰੇ, ਤੁਹਾਡੇ ਵਚਨਾਂ ਨੂੰ ਸਮਝ ਸਕੇ, ਗਹਿਰੇ ਭੇਦਾਂ ਨੂੰ ਖੁਦਾਵੰਦ ਸਮਝ ਸਕੀਏ, ਸਾਨੂੰ ਹੈਵਨਲੀ ਵਿਜ਼ਡਮ ਦੇਣਾ। ਬਾਈਬਲ ਕਹਿੰਦੀ ਹੈ ਖੁਦਾਵੰਦ ਤੁਸੀਂ ਮੰਗਣ ਵਾਲੇ ਨੂੰ ਦੇਣ ਵਾਲੇ ਪਰਮੇਸ਼ਰ ਹੋ। ਖੁਦਾਵੰਦ ਜਿੰਨੇ ਵੀ ਲੋਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਜਾਂ ਦੇਖਣਗੇ, ਸਾਰਿਆਂ ਦੇ ਨਾਲ ਗੱਲ ਕਰਨਾ, ਹਰੇਕ ਦੇ ਨਾਲ ਪਿਤਾ ਪਰਮੇਸ਼ਰ ਇਹਨਾਂ ਕਲਾਮ ਦੇ ਵਿੱਚੋਂ ਦੀ ਤੁਸੀਂ ਖੁਦਾਵੰਦ ਹੋ ਕੇ ਗੱਲ ਕਰਨਾ। ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਤੁਹਾਡਾ ਕਲਾਮ ਕੰਮ ਕਰੇ, ਤੁਹਾਡਾ ਵਚਨ ਕੰਮ ਕਰੇ, ਤੇ ਉਹਨਾਂ ਦੀ ਜ਼ਿੰਦਗੀਆਂ ਸੇਮ ਨਾ ਰਹਿਣ। ਯੀਸ਼ੂ ਮਸੀਹ ਦੇ ਸਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ ਆਮੀਨ। ਤੁਸੀਂ ਬੋਲ ਸਕਦੇ ਹੋ ਆਮੀਨ। ਆਮੀਨ ਦਾ ਮਤਲਬ ਜੋ ਕੁਝ ਅਸੀਂ ਮੰਗਿਆ ਪ੍ਰਭੂ ਯੀਸ਼ੂ ਮਸੀਹ ਸਾਨੂੰ ਉਹ ਇਸੇ ਤਰ੍ਹਾਂ ਹੀ ਦੇਵੇ ਜਿਵੇਂ ਅਸੀਂ ਮੰਗਿਆ। ਤੇ ਵਿੱਚ ਮੈਂ ਜਿਵੇਂ ਹਾਲੇਲੂਇਆ ਵਰਡ ਦਾ ਇਸਤੇਮਾਲ ਕਰਦਾ। ਜੇ ਕੋਈ ਮੇਰਾ ਭੈਣ ਭਰਾ ਇਹਦਾ ਮਤਲਬ ਨਹੀਂ ਜਾਣਦਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਹਾਲੇਲੂਇਆ ਦਾ ਮਤਲਬ ਅਸਮਾਨ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੀ ਸਤੁਤੀ ਹੋਵੇ। ਪ੍ਰੇਜ਼ ਗॉड। ਤਾਂ ਆਓ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖੀਏ। ਅੱਜ ਜੋ ਮੈਂ ਹਿੱਸਾ ਤੁਹਾਡੇ ਨਾਲ ਵੰਡਣ ਜਾ ਰਿਹਾ ਵਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ, ਬਹੁਤ ਵਾਰ ਅਸੀਂ ਇਸ ਚੀਜ਼ ਨੂੰ ਫੇਸ ਕਰਦੇ ਹਾਂ, ਪਰ ਕਿਉਂਕਿ ਅਸੀਂ ਬਾਈਬਲ ਨੂੰ ਨਹੀਂ ਪੜ੍ਹਦੇ, ਕਿਉਂਕਿ ਅਸੀਂ ਪਰਮੇਸ਼ਰ ਦੇ ਕਲਾਮ ਦੇ ਨੇੜੇ ਨਹੀਂ ਰਹਿੰਦੇ, ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਹਾਂ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ ਇਸ ਵਿਸ਼ੇ ਨੂੰ ਕਿ ਜਦੋਂ ਅਸੀਂ ਪਰਮੇਸ਼ਰ ਵੱਲੋਂ ਬਲੈਸਡ ਹੁੰਦੇ ਹਾਂ, ਜਦੋਂ ਅਸੀਂ ਪ੍ਰੋਬਲਮਸ ਤੋਂ, ਟਰਬਲਸ ਤੋਂ ਦੂਰ ਹੁੰਦੇ ਹਾਂ, ਉਸ ਵੇਲੇ ਸ਼ੈਤਾਨ ਕਿੱਦਾਂ ਸਾਨੂੰ ਪ੍ਰਭਾਵ ਵਿੱਚ ਲੈ ਕੇ ਜਾਂਦਾ, ਕਿਸ ਤਰ੍ਹਾਂ ਉਹ ਸਾਡੀ ਪ੍ਰੀਖਿਆ ਕਰਦਾ, ਕਿੱਦਾਂ ਸਾਨੂੰ ਉਹ ਫਸਾਉਂਦਾ ਚੀਜ਼ਾਂ ਦੇ ਵਿੱਚ। ਪਰ ਅਸੀਂ ਆਪਣੇ ਚੰਗੇ ਟਾਈਮ ਦੇ ਵਿੱਚ ਇਸ ਕਰਕੇ ਪਰਮੇਸ਼ਰ ਨਾਲ ਵਕਤ ਨਹੀਂ ਬਿਤਾਉਂਦੇ ਕਿ ਸਭ ਕੁਝ ਸਹੀ ਹੈ, ਤੇ ਉਹ ਇੱਕ ਝਟਕਾ ਸਾਡੀ ਲਾਈਫ ਨੂੰ ਅਰਸ਼ ਤੋਂ ਫਰਸ਼ ਤੇ ਲੈ ਆਉਂਦਾ। ਪਰ ਜੇ ਅਸੀਂ ਪਰਮੇਸ਼ਰ ਦੇ ਕਲਾਮ ਨਾਲ ਜੁੜੇ ਹੋਵਾਂਗੇ, ਉਹਦੇ ਵਚਨ ਨੂੰ ਪੜ੍ਹਦੇ ਹੋਵਾਂਗੇ, ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਹੋਵਾਂਗੇ, ਤਾਂ ਸ਼ੈਤਾਨ ਕਿਸੇ ਵੀ ਤਰ੍ਹਾਂ ਸਾਨੂੰ ਭਰਮਾ ਨਹੀਂ ਸਕਦਾ। ਕਿਉਂਕਿ ਬਾਈਬਲ ਕਹਿੰਦੀ ਪਰਮੇਸ਼ਰ ਨੇ ਸਾਨੂੰ ਪਰਖ ਦਾ ਆਤਮਾ ਦਿੱਤਾ। ਉਹ ਪਰਖ ਦਾ ਆਤਮਾ ਕੰਮ ਕਿੱਦਾਂ ਕਰੇਗਾ? ਜਦੋਂ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚ ਰਵਾਂਗੇ, ਅਸੀਂ ਪਰਮੇਸ਼ਰ ਦੇ ਕਲਾਮ ਨੂੰ ਪੜ੍ਹਾਂਗੇ, ਸੁਣਾਂਗੇ, ਉਹਦੇ ਉੱਤੇ ਮੈਡੀਟੇਟ ਕਰਾਂਗੇ। ਹਾਲੇਲੂਇਆ। ਆਓ ਇੱਕ ਹਿੱਸੇ ਨੂੰ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜ੍ਹਦੇ ਹਾਂ, ਜਿਹੜਾ ਸਾਨੂੰ ਮਿਲਦਾ ਮੱਤੀ ਰਚੀ ਸੁਸਮਾਚਾਰ, ਉਹਦਾ 4 ਅਧਿਆਇ, ਉਹਦੀ 1 ਆਇਤ ਤੋਂ ਮੈਂ ਤੁਹਾਡੇ ਲਈ ਪੜ੍ਹਾਂਗਾ।
ਇੱਥੇ ਲਿਖਿਆ, ਤਦ ਯੀਸ਼ੂ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ ਤਾਂ ਕਿ ਸ਼ੈਤਾਨ ਕੋਲੋਂ ਪਰਤਾਇਆ ਜਾਵੇ, ਅਤੇ ਜਾਂ 40 ਦਿਨ ਤੇ 40 ਰਾਤ ਵਰਤ ਰੱਖਿਆ ਤਾਂ ਉੜਕ ਤੱਕ ਨੂੰ ਭੁੱਖ ਲੱਗੀ। ਤਦ ਪਰਤਾਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹਿ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ, ਲਿਖਿਆ ਹੈ ਕਿ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੂੰਹੋਂ ਨਿਕਲਦਾ ਹੈ। ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ ਅਤੇ ਹੈਕਲ ਵਿੱਚ ਕਿੰਗਾਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ, ਕਿਉਂਕਿ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਗਾ, ਉਹ ਤੈਨੂੰ ਹੱਥਾਂ ਉੱਤੇ ਚੱਕ ਲੈਣਗੇ ਅਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਨਹੀਂ ਲੱਗੇਗੀ। ਯੀਸ਼ੂ ਨੇ ਉਸ ਨੂੰ ਆਖਿਆ, ਇਹ ਵੀ ਲਿਖਿਆ ਹੈ ਕਿ ਜੋ ਤੂੰ ਆਪਣੇ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਨਾਲ ਉਹਦਾ ਜਲੋ ਉਹਨੂੰ ਵਿਖਾਇਆ ਅਤੇ ਉਹਨੂੰ ਕਿਹਾ, ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ। ਤਦੋਂ ਯੀਸ਼ੂ ਨੇ ਉਸ ਨੂੰ ਆਖਿਆ, ਹੇ ਸ਼ੈਤਾਨ ਚਲਾ ਜਾ, ਕਿਉਂਕਿ ਇਹ ਲਿਖਿਆ ਹੈ ਕਿ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਹਦੇ ਇਕੱਲੇ ਦੀ ਤੂੰ ਉਪਾਸਨਾ ਕਰ। ਤਦ ਸ਼ੈਤਾਨ ਉਸ ਨੂੰ ਛੱਡ ਗਿਆ ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। ਹਾਲੇਲੂਇਆ। ਅਸੀਂ ਸਾਰੇ ਜਾਣਦੇ ਹਾਂ ਕਿ ਯੀਸ਼ੂ ਮਸੀਹ ਜਦੋਂ 40 ਦਿਨ ਰਾਤ ਦੀ ਫਾਸਟਿੰਗ ਤੋਂ ਬਾਅਦ ਜਦੋਂ ਉਹ ਆਏ ਤਾਂ ਰਾਈਟ ਵੇ ਸ਼ੈਤਾਨ ਨੇ ਉਹਨਾਂ ਨੂੰ ਪਰਖਿਆ। ਸ਼ੈਤਾਨ ਉਹਨਾਂ ਦੀ ਪ੍ਰੀਖਿਆ ਕਰਨ ਵਾਸਤੇ ਆਇਆ। ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਯੀਸ਼ੂ ਮਸੀਹ ਖੁਦ ਪਰਮੇਸ਼ਰ ਦਾ ਪੁੱਤਰ, ਉਹ ਫਾਸਟਿੰਗ ਦੇ ਵਿੱਚ 40 ਦਿਨ ਰਾਤ ਦੀ ਫਾਸਟਿੰਗ ਕਰਕੇ ਜਦੋਂ ਉਹ ਪਹਾੜ ਤੋਂ ਥੱਲੇ ਆ ਰਿਹਾ ਸੀ ਤਾਂ ਸ਼ੈਤਾਨ ਉਹਨੂੰ ਉਸ ਟਾਈਮ ਪਰਖਣ ਲਈ ਆਇਆ। ਤੁਸੀਂ ਸੋਚੋ, ਜੇ ਉਹਦੀ ਜਗ੍ਹਾ ਤੇ ਮੈਂ ਜਾਂ ਤੁਸੀਂ ਹੁੰਦੇ ਤਾਂ ਅਸੀਂ ਸੋਚਦੇ ਕਿ ਅਸੀਂ 40 ਦਿਨ ਦੇ ਉਪਵਾਸ ਤੋਂ ਬਾਅਦ ਜੇ ਹੁਣ ਅਸੀਂ ਇਸ ਜਗ੍ਹਾ ਦੇ ਉੱਤੇ ਆਏ ਹੈਗੇ ਆ ਤਾਂ ਉਸ ਟਾਈਮ ਜੇ ਸਾਨੂੰ ਕੋਈ ਆ ਕੇ ਕਹਿ ਰਿਹਾ ਕਿ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ ਤਾਂ ਸਾਡੇ ਮਨ 'ਚ ਕੀ ਆਏਗਾ? ਤੁਹਾਨੂੰ ਕੀ ਲੱਗਦਾ ਕਿ ਸ਼ੈਤਾਨ ਉਸ ਟਾਈਮ ਜਦੋਂ ਯੀਸ਼ੂ ਮਸੀਹ ਨੂੰ ਪਰਖਣ ਲਈ ਆਇਆ, ਕੀ ਸ਼ੈਤਾਨ ਦੇ ਸਿੰਗ ਲੱਗੇ ਹੋਏ ਸੀ? ਕੀ ਸ਼ੈਤਾਨ ਨੇ ਕੁਝ ਔਕਵਰਡ ਮੇਕਅਪ ਕੀਤਾ ਹੋਇਆ ਸੀ ਜਿਹਨੂੰ ਦੇਖ ਕੇ ਯੀਸ਼ੂ ਮਸੀਹ ਨੂੰ ਇਹ ਪਤਾ ਲੱਗਿਆ ਕਿ ਇਹ ਸ਼ੈਤਾਨ ਹੈ? ਬਾਈਬਲ ਕਹਿੰਦੀ ਸ਼ੈਤਾਨ ਜੋਤੀਮਈ ਦੂਤਾਂ ਦਾ ਰੂਪ ਧਾਰਨ ਕਰ ਲੈਂਦਾ। ਉਹ ਇਸ ਤਰ੍ਹਾਂ ਦਾ ਰੂਪ ਧਾਰਨ ਕਰਕੇ ਨਹੀਂ ਆਇਆ ਹੋਏਗਾ। ਉਹ ਪਰਮੇਸ਼ਰ ਦੇ ਪੁੱਤਰ ਸੀ। ਯੀਸ਼ੂ ਮਸੀਹ ਤਾਂ ਖੁਦ ਪਰਮੇਸ਼ਰ ਹੈ, ਇਸ ਕਰਕੇ ਉਹਨਾਂ ਦਾ ਉਹਨੂੰ ਪਛਾਣ ਲੈਣਾ ਇੱਕ ਸੁਭਾਵਿਕ ਗੱਲ ਹੈ। ਪਰ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਕਿ ਜੇ ਅੱਜ ਸਾਡੀ ਲਾਈਫ ਦੇ ਵਿੱਚ ਇਹ ਸਿਚੁਏਸ਼ਨ ਹੋਵੇ ਕਿ ਅਸੀਂ ਵੀ ਸ਼ੈਤਾਨ ਦੀ ਚਾਲ ਨੂੰ ਪਰਖ ਸਕਦੇ ਹਾਂ, ਕਿ ਅਸੀਂ ਇਸ ਚੀਜ਼ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ ਕਿ ਇਹ ਜਿਹੜੀ ਇਹ ਪ੍ਰੀਖਿਆ, ਜਿਹੜੀ ਇਹ ਆਵਾਜ਼ ਹੈ, ਇਹ ਸ਼ੈਤਾਨ ਵੱਲੋਂ ਹੈ ਕਿ ਪਰਮੇਸ਼ਰ ਵੱਲੋਂ ਹੈ। ਤੁਸੀਂ ਇਮੇਜਿਨ ਕਰੋ, ਜੇ 40 ਦਿਨ ਰਾਤ ਦੇ ਰੋਜ਼ਿਆਂ ਤੋਂ ਬਾਅਦ, ਫਾਸਟਿੰਗ ਤੋਂ ਬਾਅਦ ਜੇ ਸਾਨੂੰ ਇਹ ਆਵਾਜ਼ ਆਵੇ ਕਿ ਕਹਿ ਪੱਥਰ ਨੂੰ ਕਿ ਰੋਟੀਆਂ ਬਣ ਜਾਣ, ਤੇ ਸਾਡੇ ਮਨ 'ਚ ਕੀ ਆਏਗਾ ਕਿ 40 ਦਿਨ ਦੀ ਫਾਸਟਿੰਗ ਤੋਂ ਬਾਅਦ ਸ਼ਾਇਦ ਅਸੀਂ ਇੰਨੇ ਜ਼ਿਆਦਾ ਪਾਵਰਫੁਲ ਹੋ ਚੁੱਕੇ ਹਾਂ ਕਿ ਪਰਮੇਸ਼ਰ ਦਾ ਦੂਤ ਕਹਿ ਰਿਹਾ ਕਿ ਕਹਿ ਤੂੰ ਪੱਥਰ ਨੂੰ ਰੋਟੀਆਂ ਬਣ ਜਾਣ। ਅਸੀਂ ਉਹਨੂੰ ਰੋਟੀਆਂ ਬਣਾਉਣ ਵਾਸਤੇ ਪ੍ਰਾਰਥਨਾ ਕਰਾਂਗੇ। ਜੋ ਸਾਨੂੰ ਕਹੇਗਾ ਅਸੀਂ ਉਹਨੂੰ ਫਟਾਫਟ ਕਰਨ ਨੂੰ ਤਿਆਰ ਹੋਵਾਂਗੇ। ਕਿਉਂ? ਕਿਉਂਕਿ ਸਾਡੇ ਮਨ ਦੇ ਵਿੱਚ ਇਹ ਗੱਲ ਆਏਗੀ ਕਿ ਮੈਂ 40 ਦਿਨ ਰਾਤ ਦੀ ਫਾਸਟਿੰਗ ਕੀਤੀ, ਮੈਂ ਪ੍ਰਾਰਥਨਾ ਕੀਤੀ, ਮੈਂ ਉਪਵਾਸ ਕੀਤਾ, ਹੁਣ ਪਰਮੇਸ਼ਰ ਦੀ ਆਵਾਜ਼ ਨੂੰ ਮੈਂ ਹੋਰ ਕਲੀਅਰਲੀ ਸੁਣ ਰਿਹਾ। ਯਾਦ ਰੱਖੋ, ਜਿਵੇਂ ਜਿਵੇਂ ਅਸੀਂ ਪਰਮੇਸ਼ਰ ਦੇ ਵਿੱਚ ਵੱਧਦੇ ਹਾਂ ਉਵੇਂ ਉਵੇਂ ਸ਼ੈਤਾਨ ਵੀ ਚੁਕੰਨਾ ਹੋ ਜਾਂਦਾ। ਉਹ ਚਾਹੁੰਦਾ ਕਿ ਕਿਸ ਤਰ੍ਹਾਂ, ਕਿਸ ਵੇਲੇ ਕਿਹਨੂੰ ਉਹ ਫੜ ਲਵੇ। ਪਹਿਲਾ ਪਤਰਸ 5:8 'ਚ ਲਿਖਿਆ ਕਿ ਸ਼ੈਤਾਨ ਗਰਜਦੇ ਹੋਏ ਸ਼ੇਰ ਦੇ ਵਾਂਗੂ ਇਸ ਆੜ 'ਚ ਬੈਠਾ ਕਿ ਕਿਹੜੇ ਬੰਦੇ ਨੂੰ ਜਿਹੜਾ ਕਮਜ਼ੋਰ ਦਿਖਦਾ ਉਹ ਫਾੜ ਕੇ ਖਾ ਲਵੇ। ਹਾਲੇਲੂਇਆ। ਤੁਸੀਂ ਸੋਚ ਸਕਦੇ ਹੋ ਕਿ 40 ਦਿਨ ਦਾ ਰਾਤ ਦੇ ਰੋਜ਼ਿਆਂ ਤੋਂ ਬਾਅਦ ਜੋ ਯੀਸ਼ੂ ਮਸੀਹ ਨੂੰ ਪਰਖਣ ਆ ਸਕਦਾ, ਤੇ ਜੇ ਉਸ ਟਾਈਮ ਯੀਸ਼ੂ ਮਸੀਹ ਕੋ ਪਰਖ ਦਾ ਆਤਮਾ ਨਾ ਹੁੰਦਾ ਤਾਂ ਯੀਸ਼ੂ ਮਸੀਹ ਉਹਦੇ ਪ੍ਰਤਿਆਵੇ 'ਚ ਆ ਜਾਂਦਾ। ਪਰ ਕਿਉਂਕਿ ਉਹ ਫਾਸਟਿੰਗ ਦੇ ਨਾਲ ਵਚਨ ਦੇ ਉੱਤੇ ਮੈਡੀਟੇਟ ਕਰਨ ਦੇ ਨਾਲ ਉਹ ਪਰਮੇਸ਼ਵਰ ਦਾ ਪੁੱਤਰ ਵੀ ਸੀ ਤੇ ਉਹ ਜਾਣਦਾ ਸੀ ਸ਼ੈਤਾਨ ਤੇ ਪਰਮੇਸ਼ਰ ਦੀ ਆਵਾਜ਼ 'ਚ ਕੀ ਫਰਕ ਹੈ। ਇੱਥੇ ਲਿਖਿਆ ਕਿ ਉਹਨੂੰ ਕਹਿੰਦਾ ਕਿ ਤੂੰ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ, ਤੇ ਯੀਸ਼ੂ ਮਸੀਹ ਨੇ ਉਹਨੂੰ ਕੀ ਉੱਤਰ ਦਿੱਤਾ ਕਿ ਵਚਨ ਇਹ ਵੀ ਗੱਲ ਕਹਿੰਦਾ ਕਿ ਇਨਸਾਨ ਸਿਰਫ ਰੋਟੀ ਖਾ ਕੇ ਜਿਉਂਦੀ ਨਹੀਂ ਰਹਿੰਦਾ। ਪਰ ਸ਼ਾਇਦ ਯੀਸ਼ੂ ਮਸੀਹ ਨੇ ਉਹਨੂੰ ਇਹ ਵੀ ਕਿਹਾ ਹੋਵੇਗਾ ਕਿ ਮੈਂ ਬਣਾ ਸਕਦਾ ਪਰ ਮੈਂ ਬਣਾਵਾਂਗਾ ਨਹੀਂ। ਕਿਉਂ? ਕਿਉਂਕਿ ਇਹ ਆਗਿਆ ਮੇਰੇ ਪਿਤਾ ਦੇ ਵੱਲੋਂ ਨਹੀਂ ਹੈ।
ਜੇ ਮੈਨੂੰ ਪਰਮੇਸ਼ਵਰ ਕਹਿੰਦਾ ਤਾਂ ਮੈਂ ਇਹਨਾਂ ਪੱਥਰਾਂ ਨੂੰ ਰੋਟੀਆਂ ਬਣਾ ਸਕਦਾ ਸੀ, ਪਰ ਉਹ ਕਹਿੰਦਾ ਕਿ ਮੈਂ ਬਣਾਵਾਂਗਾ ਨਹੀਂ, ਕਿਉਂਕਿ ਇਹ ਆਗਿਆ ਤੇਰੇ ਵੱਲੋਂ ਆ, ਉਹਦੇ ਵੱਲੋਂ ਨਹੀਂ। ਤੁਸੀਂ ਸੋਚ ਸਕਦੇ ਹੋ ਕਿ ਉਸ ਟਾਈਮ ਤੇ ਵੀ ਉਹ ਪਰਮੇਸ਼ਵਰ ਤੇ ਸ਼ੈਤਾਨ ਦੀ ਆਵਾਜ਼ 'ਚ ਫਰਕ ਦੇਖ ਸਕਦਾ ਸੀ। ਉਹ ਦੇਖ ਸਕਦਾ ਸੀ ਕਿਹੜੀ ਆਵਾਜ਼ ਸ਼ੈਤਾਨ ਦੀ ਹੈ, ਕਿਹੜੀ ਆਵਾਜ਼ ਪਰਮੇਸ਼ਵਰ ਦੀ ਹੈ। ਜਿਵੇਂ ਜਿਵੇਂ ਅਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਹਾਂ, ਜਿਵੇਂ ਜਿਵੇਂ ਅਸੀਂ ਫਾਸਟਿੰਗ ਕਰਦੇ ਹਾਂ, ਪ੍ਰੇਅਰ ਕਰਦੇ ਹਾਂ, ਬਾਈਬਲ ਪੜ੍ਹਦੇ ਹਾਂ, ਸ਼ੈਤਾਨ ਨੂੰ ਚਿੰਤਾ ਹੁੰਦੀ ਹੈ, ਟੈਨਸ਼ਨ ਹੁੰਦੀ ਹੈ ਕਿ ਜੇ ਇਹ ਇਸੇ ਤਰ੍ਹਾਂ ਨਾਲ ਮੇਰੀ ਹਜ਼ੂਰੀ ਦੇ ਵਿੱਚ ਬੈਠਦੇ ਰਹੇ, ਪਰਮੇਸ਼ਵਰ ਦੇ ਨਾਲ ਜੁੜੇ ਰਹੇ, ਤਾਂ ਮੇਰਾ ਰਾਜ ਟਰਬਲ 'ਚ ਆ ਜਾਏਗਾ। ਹਾਲੇਲੂਇਆ। ਤੇ ਤੁਸੀਂ ਸੋਚੋ, ਜਿਹੜੇ ਬੰਦੇ ਫਾਸਟਿੰਗ ਨਹੀਂ ਕਰਦੇ, ਪ੍ਰੇਅਰ ਨਹੀਂ ਕਰਦੇ, ਜਿਹੜੇ ਬੰਦੇ ਵਚਨ ਨੂੰ ਨਹੀਂ ਮੈਡੀਟੇਟ ਕਰਦੇ, ਜਿਹੜੇ ਬੰਦੇ ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਨਹੀਂ ਕਰਦੇ, ਉਹਨਾਂ ਦੀ ਲਾਈਫ ਕਿੰਨਾ ਪ੍ਰਸਥਿਤੀਆਂ ਦੇ ਵਿੱਚੋਂ ਨਿਕਲਣ ਵਾਲੀ ਹੈ। ਹਾਲੇਲੂਇਆ। ਯਾਦ ਰੱਖੋ, ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਉਨਾ ਔਖਾ ਨਹੀਂ ਹੈ, ਸੁਣਦੇ ਰਹਿਣਾ ਔਖੀ ਗੱਲ ਹੈ। ਜਦੋਂ ਤੁਸੀਂ ਪ੍ਰਾਰਥਨਾ 'ਚ ਬੈਠਦੇ ਹੋ, ਫਾਸਟਿੰਗ 'ਚ ਬੈਠਦੇ ਹੋ, ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਕਰਦੇ ਹੋ, ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਪਾਉਂਦੇ ਹੋ। ਬਾਈਬਲ ਦੱਸਦੀ ਹੈ ਫਾਸਟਿੰਗ ਕਰਨ ਦੇ ਨਾਲ ਅਸੀਂ ਟਿਊਨ ਅਪ ਕਰ ਲੈਂਦੇ ਹਾਂ ਪਰਮੇਸ਼ਵਰ ਦੀ ਉਸ ਆਵਾਜ਼ ਨੂੰ ਆਪਣੇ ਨਾਲ, ਅਸੀਂ ਉਹਦੀ ਆਵਾਜ਼ ਨੂੰ ਸੁਣ ਪਾਉਂਦੇ ਹਾਂ। ਪਰ ਆਵਾਜ਼ ਸੁਣਨ ਤੋਂ ਬਾਅਦ ਕੀ ਉਹਦੇ ਦੱਸੇ ਹੋਏ ਕੰਮ ਨੂੰ ਉਸੇ ਤਰ੍ਹਾਂ ਅਸੀਂ ਕਰਦੇ ਹਾਂ ਤਾਂ ਕਿ ਉਹ ਫੇਰ ਤੋਂ ਆਵਾਜ਼ ਸਾਨੂੰ ਦੇ ਸਕੇ, ਬਾਰ-ਬਾਰ ਉਹਦੀ ਆਵਾਜ਼ ਸੁਣ ਸਕੀਏ, ਬਾਰ-ਬਾਰ ਉਹਦੀ ਡਾਇਰੈਕਸ਼ਨਸ ਨੂੰ ਲੈ ਸਕੀਏ। ਇਹ ਖਤਰਨਾਕ ਹੈ ਜੇ ਅਸੀਂ ਪਰਮੇਸ਼ਵਰ ਦੀ ਆਵਾਜ਼ ਇੱਕੋ ਵਾਰ ਸੁਣੀ। ਇਹ ਖਤਰਨਾਕ ਗੱਲ ਹੈ, ਕਿਉਂਕਿ ਪਰਮੇਸ਼ਵਰ ਜਦੋਂ ਸਾਨੂੰ ਆਵਾਜ਼ ਦਿੰਦਾ ਤੇ ਸ਼ੈਤਾਨ ਦੇ ਵੀ ਕੰਨ ਖੜੇ ਹੋ ਜਾਂਦੇ ਨੇ। ਉਹ ਵੀ ਇਸ ਚੀਜ਼ ਨੂੰ ਦੇਖਦਾ ਹੈ ਕਿ ਹੁਣ ਮੈਂ ਇਹਨੂੰ ਕਿਸ ਤਰ੍ਹਾਂ ਗਿਰਾਣਾ। ਪਰ ਜੇ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਬਣੇ ਰਵਾਂਗੇ, ਅਸੀਂ ਪਰਮੇਸ਼ਵਰ ਦੇ ਨਾਲ ਖੜੇ ਰਵਾਂਗੇ, ਫਿਰ ਉਹ ਆਵਾਜ਼ ਵੀ ਸਾਨੂੰ ਲਗਾਤਾਰ ਆਏਗੀ, ਲਗਾਤਾਰ ਪਰਮੇਸ਼ਵਰ ਸਾਨੂੰ ਗਾਈਡ ਕਰੇਗਾ, ਲਗਾਤਾਰ ਸਾਡੀ ਅਗਵਾਈ ਕਰੇਗਾ। ਜਦੋਂ ਉਹ ਅਗਵਾਈ ਕਰੇਗਾ, ਫਿਰ ਸ਼ੈਤਾਨ ਕੁਝ ਨਹੀਂ ਕਰ ਸਕਦਾ। ਹਾਲੇਲੂਇਆ। ਅੱਜ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਕਿ ਪਿਛਲੇ ਉਸ ਸਾਲਾਂ ਦੇ ਵਿੱਚ ਪਰਮੇਸ਼ਵਰ ਨੇ ਮੇਰੀ ਲਾਈਫ 'ਚ ਬੜਾ ਕੰਮ ਕੀਤਾ, ਉਸ ਸਾਲਾਂ 'ਚ ਮੈਂ ਪਰਮੇਸ਼ਵਰ ਦੇ ਬੜੇ ਕੰਮਾਂ ਨੂੰ ਦੇਖਿਆ, ਪਰ ਅੱਜ ਇਸ ਤਰ੍ਹਾਂ ਦਾ ਨਹੀਂ ਕੁਝ ਹੋ ਰਿਹਾ। ਕਿਉਂਕਿ ਅਸੀਂ ਉਸ ਟਾਈਮ ਪਰਮੇਸ਼ਵਰ ਦੀ ਆਵਾਜ਼ ਸੁਣੀ, ਪਰ ਹੁਣ ਉਹ ਆਵਾਜ਼ ਅਸੀਂ ਸੁਣ ਨਹੀਂ ਪਾ ਰਹੇ। ਜੇ ਪਰਮੇਸ਼ਵਰ ਕਹਿੰਦਾ ਕਿ ਸੱਜੇ ਜਾ, ਸਾਨੂੰ ਉਹਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਅਸੀਂ ਖੱਬੇ ਜਾ ਰਹੇ ਹਾਂ। ਜੇ ਪਰਮੇਸ਼ਵਰ ਕਹਿੰਦੇ ਕਿ ਇਸ ਕੰਮ ਨੂੰ ਨਾ ਕਰ, ਸਾਨੂੰ ਆਵਾਜ਼ ਸੁਣਾਈ ਨਹੀਂ ਦਿੰਦੀ, ਅਸੀਂ ਉਹਨੂੰ ਕਰ ਰਹੇ ਹਾਂ, ਤੇ ਉਹਦਾ ਰਿਜ਼ਲਟ ਕਿੱਦਾਂ ਸੇਮ ਹੋ ਜਾਏਗਾ? ਉਹ ਪੋਸੀਬਲ ਨਹੀਂ। ਯਿਸੂ ਮਸੀਹ ਪੱਥਰਾਂ ਨੂੰ ਰੋਟੀਆਂ ਬਣਾ ਸਕਦਾ ਸੀ, ਪਰ ਉਹਨੇ ਇਸ ਗੱਲ ਨੂੰ ਸੋਚਿਆ ਹੋਏਗਾ ਕਿ ਆਵਾਜ਼ ਮੇਰੇ ਪਿਤਾ ਦੇ ਵੱਲੋਂ ਨਹੀਂ ਹੈ, ਇਹ ਆਵਾਜ਼ ਸ਼ੈਤਾਨ ਦੇ ਵੱਲੋਂ ਹੈ। ਤੇ ਸ਼ੈਤਾਨ ਦੀ ਆਵਾਜ਼ ਨੂੰ ਸੁਣ ਕੇ ਉਹ ਪਹਿਚਾਨਦਾ ਸੀ। ਅੱਜ ਵੀ ਦੁਸ਼ਟ ਆਤਮਾਵਾਂ ਤੁਹਾਡੀ ਆਵਾਜ਼ ਨੂੰ, ਮੇਰੀ ਆਵਾਜ਼ ਨੂੰ ਪਹਿਚਾਨਦੀਆਂ ਨੇ। ਜਦੋਂ ਅਸੀਂ ਪਰਮੇਸ਼ਰ ਦੇ ਨਾਲ ਜੁੜੇ ਹੋਏ ਲੋਕ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਉੱਤੇ ਅਸੀਂ ਫੇਥ ਕਰਦੇ ਹਾਂ, ਜਦੋਂ ਅਸੀਂ ਪਰਮੇਸ਼ਰ ਦੇ ਨਾਲ ਟਾਈਮ ਸਪੈਂਡ ਕਰਦੇ ਹਾਂ, ਤਾਂ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਸ਼ੈਤਾਨ ਸਾਡੀ ਆਵਾਜ਼ ਨੂੰ ਵੀ ਪਹਿਚਾਨਦਾ ਹੈ। ਉਹ ਜਾਣਦਾ ਕਿ ਸਾਡੇ ਕੋਲ ਕੀ ਅਥਾਰਟੀ ਹੈ। ਜੋ ਅਥਾਰਟੀ ਪਰਮੇਸ਼ਰ ਕੋਲ ਸੀ, ਉਹ ਅਥਾਰਟੀ ਉਹਨੇ ਆਦਮ ਨੂੰ ਦਿੱਤੀ। ਆਦਮ ਨੇ ਅਨਆਗਿਆਕਾਰੀਤਾ ਕਰਕੇ ਉਹ ਅਥਾਰਟੀਜ਼ ਗਵਾ ਦਿੱਤੀਆਂ। ਯਿਸੂ ਮਸੀਹ ਨੇ ਉਸ ਕਰੂਜ਼ ਦੇ ਉੱਤੇ ਆਪਣਾ ਲਹੂ ਬਹਾ ਕੇ ਉਹਨਾਂ ਅਥਾਰਟੀਜ਼ ਨੂੰ ਵਾਪਸ ਲੈ ਲਿਆ। ਯਿਸੂ ਮਸੀਹ ਨੇ ਉਹਨਾਂ ਸਾਰੀਆਂ ਅਥਾਰਟੀਜ਼ ਨੂੰ ਵਾਪਸ ਲੈ ਕੇ, ਤੇ ਐਫੀਸ਼ੀਅਨਸ ਦੀ ਕਿਤਾਬ ਕਹਿੰਦੀ ਹੈ, ਉਹਨੇ ਸਾਰੀਆਂ ਅਥਾਰਟੀਜ਼ ਨੂੰ ਸਾਡੇ ਹੱਥ ਦੇ ਵਿੱਚ ਦੇ ਦਿੱਤਾ। ਉਹਨੇ ਕਿਹਾ ਮੈਂ ਸਭ ਕੁਝ ਪੂਰਾ ਕਰਕੇ ਕਲੀਸਿਆ ਦੇ ਹੱਥ ਵਿੱਚ ਦੇ ਦਿੱਤਾ। ਹੁਣ ਜੋ ਕਲੀਸਿਆ ਕਰੇਗੀ ਉਹਦਾ ਫਰੂਟ ਉਹ ਦੇਖੇਗੀ। ਹਾਲੇਲੂਇਆ। ਅੱਜ ਪਰਮੇਸ਼ਵਰ ਨੇ ਕੁਝ ਨਹੀਂ ਕਰਨਾ, ਜੋ ਕੁਝ ਕਰਨਾ ਅਸੀਂ ਉਹਦੀ ਆਵਾਜ਼ ਨੂੰ ਸੁਣ ਕੇ ਕਰਨਾ। ਉਹਨੂੰ ਕੰਟੈਕਟ ਪੁਆਇੰਟ ਚਾਹੀਦੇ ਨੇ। ਪਰਮੇਸ਼ਰ ਨੂੰ ਸਾਡੀ ਲਾਈਫ 'ਚ ਕੰਮ ਕਰਨ ਲਈ ਕੰਟੈਕਟ ਪੁਆਇੰਟ ਚਾਹੀਦੇ ਨੇ। ਜੇ ਉਹ ਕੰਟੈਕਟ ਪੁਆਇੰਟ ਅਸੀਂ ਦਿੰਨੇ ਆ, ਪਰਮੇਸ਼ਰ ਉਹਦੇ ਥਰੂ ਸਾਡੀ ਲਾਈਫ 'ਚ ਕੰਮ ਕਰਦੇ ਨੇ। ਜੇ ਅਸੀਂ ਉਹਨਾਂ ਕੰਟੈਕਟ ਪੁਆਇੰਟਸ ਨੂੰ ਨਹੀਂ ਦਿੰਦੇ, ਉਹਦੀ ਆਵਾਜ਼ ਨੂੰ ਸੁਣ ਕੇ ਉਸ ਤਰ੍ਹਾਂ ਨਹੀਂ ਚੱਲਦੇ, ਤਾਂ ਉਹ ਬਾਰ-ਬਾਰ ਆਵਾਜ਼ ਨਹੀਂ ਦੇਗਾ। ਹਾਲੇਲੂਇਆ। ਅੱਗੋਂ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਅਸੀਂ ਵੱਡੇ ਕੰਮਾਂ ਨੂੰ ਕਰਨ ਤੋਂ ਬਾਅਦ, ਜੇ ਉਹਦੀ ਆਵਾਜ਼ ਦੀ ਰਿਸਪੈਕਟ ਨਹੀਂ ਕਰਦੇ, ਜੇ ਅਸੀਂ ਪਰਮੇਸ਼ਰ ਦੀ ਆਗਿਆਕਾਰੀਤਾ 'ਚ ਨਹੀਂ ਚੱਲਦੇ, ਤਾਂ ਕਿਹੜੇ ਲਾਸ ਦੇ ਵਿੱਚ ਵੀ ਅਸੀਂ ਜਾ ਸਕਦੇ ਹਾਂ। ਸੋ ਇਹ ਕਿੰਨਾ ਜ਼ਰੂਰੀ ਹੈ ਆਪਣੇ ਕੰਨਾਂ ਨੂੰ ਖੁੱਲ੍ਹਾ ਰੱਖਣਾ, ਆਪਣੀਆਂ ਅੱਖਾਂ ਨੂੰ ਖੁੱਲ੍ਹਾ ਰੱਖਣਾ, ਤੇ ਪਾਪ ਤੋਂ ਦੂਰ ਰਹਿਣਾ, ਤੇ ਪਰਮੇਸ਼ਰ ਦੇ ਨਾਲ ਆਪਣੇ ਆਪ ਨੂੰ ਟੋਨ ਅਪ ਕਰਕੇ ਰੱਖਣਾ। ਹਾਲੇਲੂਇਆ। ਵਚਨ ਸਾਨੂੰ ਪ੍ਰੋਟੈਕਟ ਕਰਦਾ, ਸਾਨੂੰ ਮੁਹੱਈਆ ਕਰਦਾ ਉਨੀ ਬੁੱਧੀ, ਉਹਨਾਂ ਵਿਜ਼ਡਮ, ਪਰ ਉਹਦੇ ਪਿੱਛੇ ਉਹਦੀ ਉਹ ਇੱਕੋ ਹੀ ਗੱਲ ਸਾਡੇ ਤੋਂ ਚਾਹੁੰਦਾ ਕਿ ਅਸੀਂ ਉਹਦੇ ਨਾਲ ਬਣੇ ਰਹੀਏ।
ਤੇ ਅਸੀਂ ਉਹਦੇ ਵਿੱਚ ਚੱਲਦੇ ਰਹੀਏ। ਹਾਲੇਲੂਇਆ। ਸੋ ਅਸੀਂ ਵਾਪਸ ਆਵਾਂਗੇ ਇੱਕ ਛੋਟੀ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਪਰਮੇਸ਼ਰ ਦੇ ਕਲਾਮ 'ਚ ਅਸੀਂ ਅੱਗੇ ਦੇਖਾਂਗੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਰਹਿ ਸਕਦੇ ਹਾਂ, ਕਿਸ ਤਰ੍ਹਾਂ ਪਰਮੇਸ਼ਵਰ ਦੇ ਨਾਲ ਟਿਊਨ ਅਪ ਅਸੀਂ ਆਪਣੇ ਆਪ ਨੂੰ ਕਰਕੇ ਰੱਖ ਸਕਦੇ ਹਾਂ। ਇਹ ਕਿੰਨਾ ਜ਼ਰੂਰੀ ਹੈ ਜੇ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਪਾ ਰਹੇ ਹਾਂ ਤੇ ਉਹਨੂੰ ਸੁਣਦੇ ਰਹਿਣਾ, ਉਹਨੂੰ ਕੰਟੀਨਿਊ ਕਰਨਾ ਕਿੰਨਾ ਜ਼ਰੂਰੀ ਹੈ। ਕਿੰਨਾ ਜ਼ਰੂਰੀ ਹੈ ਪਵਿੱਤਰਤਾ 'ਚ ਬਣੇ ਰਹਿਣਾ, ਪਰਮੇਸ਼ਵਰ ਦੇ ਨਾਲ ਖੜੇ ਰਹਿਣਾ, ਉਹਦੇ ਵਿੱਚ ਚੱਲਦੇ ਰਹਿਣਾ। ਹਾਲੇਲੂਇਆ। ਆਓ ਇੱਕ ਹੋਰ ਵਚਨ ਨੂੰ ਮੈਂ ਤੁਹਾਡੇ ਲਈ ਪੜਾਂਗਾ ਜੋ ਸਾਨੂੰ ਮਿਲਦਾ ਪਹਿਲਾ ਰਾਜਾ ਉਹਦੇ 13 ਅਧਿਆਏ ਦੇ ਵਿੱਚ। ਮੈਂ ਵਿੱਚੋਂ ਤੁਹਾਨੂੰ ਮੈਂ ਪੜ੍ਹ ਕੇ ਦੱਸਾਂਗਾ, ਤੁਸੀਂ ਪੂਰੇ ਅਧਿਆਏ ਨੂੰ ਆਪਣੇ ਘਰ ਦੇ ਵਿੱਚ ਪੜ੍ਹ ਸਕਦੇ ਹੋ। ਮੈਂ ਇਸ ਪੂਰੀ ਕਹਾਣੀ ਨੂੰ ਪੜਾਂਗਾ ਨਹੀਂ, ਪਰ ਮੈਂ ਤੁਹਾਨੂੰ ਇਹਦੇ ਵਿੱਚੋਂ ਜੋ ਜ਼ਰੂਰੀ ਗੱਲਾਂ ਨੇ ਤੁਹਾਨੂੰ ਮੈਂ ਦੱਸਾਂਗਾ। ਇੱਥੇ ਇਸ ਤਰ੍ਹਾਂ ਲਿਖਿਆ, ਤਾਂ ਵੇਖੋ ਪਰਮੇਸ਼ਵਰ ਦਾ ਇੱਕ ਬੰਦਾ ਯਹੋਵਾ ਦੇ ਵਚਨ ਅਨੁਸਾਰ ਯਹੂਦਾ ਤੋਂ ਬੈਤੇਲ ਵਿੱਚ ਆਇਆ ਅਤੇ ਯਰਬੂਆਮ ਧੂਪ ਧੁਕਾਉਣ ਲਈ ਜਗਵੇਦੀ ਦੇ ਕੋਲ ਖਲੋਤਾ ਸੀ। ਉਹ ਯਹੋਵਾ ਦੇ ਵਚਨ ਨਾਲ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਤੇ ਆਖਿਆ, ਹੇ ਜਗਵੇਦੀ, ਯਹੋਵਾ ਇਉਂ ਫਰਮਾਉਂਦਾ ਹੈ ਕਿ ਵੇਖ, ਦਾਊਦ ਦੇ ਘਰਾਣੇ ਵਿੱਚੋਂ ਯੋਸ਼ੀਆ ਨਾਮ ਇੱਕ ਮੁੰਡਾ ਜੰਮੇਗਾ ਤੇ ਉਹ ਉੱਚੀਆਂ ਥਾਵਾਂ ਤੇ ਯਾਜਕਾਂ ਨੂੰ ਜੋ ਤੇਰੇ ਧੂਪ ਧੁਕਾਉਂਦੇ ਹਨ ਤੇ ਤੇਰੇ ਹੀ ਉੱਤੇ ਚੜਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੀਆਂ ਜਾਣਗੀਆਂ। ਅਤੇ ਉਸਨੇ ਉਸੇ ਦਿਨ ਇੱਕ ਨਿਸ਼ਾਨੀ ਦਿੱਤੀ ਕਿ ਨਿਸ਼ਾਨੀ ਜਿਹੜੀ ਯਹੋਵਾ ਬੋਲਿਆ ਹੈ ਇਹ ਹੈ ਕਿ ਵੇਖੋ, ਜਗਵੇਦੀ ਪਾਟ ਜਾਵੇਗੀ ਅਤੇ ਉਹ ਸਵਾਹ ਜਿਹੜੀ ਉਹਦੇ ਉੱਤੇ ਹੋਵੇਗੀ ਤਿਲਕ ਜਾਵੇਗੀ। ਤਾਂ ਇਉਂ ਹੋਇਆ ਕਿ ਜਦ ਪਾਤਸ਼ਾਹ ਨੇ ਪਰਮੇਸ਼ਰ ਦੇ ਬੰਦੇ ਦਾ ਵਚਨ ਸੁਣਿਆ ਤਾਂ ਉਸਨੇ ਬੈਤੇਲ ਵਿੱਚ ਜਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ। ਤਾਂ ਯਰੋਬੋਆਮ ਨੇ ਜਗਵੇਦੀ ਤੋਂ ਆਪਣੀ ਬਾਂਹ ਲੰਮੀ ਕਰਕੇ ਆਖਿਆ, ਇਸ ਨੂੰ ਫੜ ਲਓ। ਤਾਂ ਉਸ ਦੀ ਉਹ ਬਾਂਹ ਜਿਹੜੀ ਉਸਨੇ ਲੰਮੀ ਕੀਤੀ ਸੀ ਸੁੱਕ ਗਈ ਤੇ ਉਹ ਉਸ ਨੂੰ ਆਪਣੇ ਵੱਲ ਖਿੱਚ ਨਾ ਸਕਿਆ। ਹਾਲੇਲੂਇਆ। ਬਾਈਬਲ ਇਹ ਗੱਲ ਦੱਸਦੀ ਹੈ ਕਿ ਪਰਮੇਸ਼ਵਰ ਨੇ ਆਪਣਾ ਮੈਸੇਜ ਦੇ ਕੇ ਆਪਣੇ ਇੱਕ ਨਬੀ ਨੂੰ ਭੇਜਿਆ ਕਿ ਤੂੰ ਯਹੂਦਾ ਤੋਂ ਜਾ ਤੇ ਉੱਥੇ ਜਾ ਕੇ ਤੂੰ ਰਾਜੇ ਨੂੰ, ਤੂੰ ਯਰੋਬੋਆਮ ਨੂੰ ਤੂੰ ਇਹ ਦੱਸਣਾ ਕਿ ਜੋ ਤੂੰ ਕਰ ਰਿਹਾ ਉਹ ਸਹੀ ਨਹੀਂ ਹੈ। ਉਹ ਰਾਜੇ ਨੇ ਜਦੋਂ ਪਰਮੇਸ਼ਵਰ ਦੇ ਦਾਸ ਦੀ ਗੱਲ ਸੁਣੀ ਤਾਂ ਉਹਨੂੰ ਗੁੱਸਾ ਲੱਗਿਆ। ਉਹਨੇ ਆਪਣੀ ਬਾਂਹ ਨੂੰ ਵਧਾ ਕੇ ਕਿਹਾ ਕਿ ਇਹਨੂੰ ਫੜ ਲਓ। ਬਾਈਬਲ ਕਹਿੰਦੀ ਜਿਵੇਂ ਹੀ ਬਾਂਹ ਨੂੰ ਵਧਾਇਆ ਗਿਆ ਉਹਦੀ ਬਾਂਹ ਉੱਥੇ ਹੀ ਸੁੱਕ ਗਈ। ਉਹਦੀ ਬਾਂਹ ਕਿਉਂ ਸੁੱਕ ਗਈ? ਕਿਉਂਕਿ ਉਹ ਨਬੀ ਆਪਣੇ ਮਨ ਤੋਂ ਉੱਠ ਕੇ ਨਹੀਂ ਗਿਆ ਸੀ, ਉਹਨੂੰ ਪਰਮੇਸ਼ਵਰ ਨੇ ਭੇਜਿਆ ਸੀ। ਉਹਨੂੰ ਨਿਸ਼ਾਨੀ ਦਿੱਤੀ ਸੀ ਕਿ ਜਦੋਂ ਇਹ ਵਚਨ ਤੂੰ ਕਹੇਂਗਾ ਵੇਦੀ ਪਾਟ ਜਾਏਗੀ। ਉਹ ਇਸ ਤਰ੍ਹਾਂ ਹੀ ਹੋਇਆ, ਬਿਲਕੁਲ ਉਸੇ ਤਰ੍ਹਾਂ ਹੋਇਆ। ਉਹਦੀ ਬਾਂਹ ਸੁੱਕ ਗਈ ਤੇ ਜਦੋਂ ਇਦਾਂ ਹੋਇਆ ਤੇ ਰਾਜੇ ਨੂੰ ਯਕੀਨ ਆ ਗਿਆ ਕਿ ਇਹ ਨਬੀ ਪਰਮੇਸ਼ਵਰ ਵੱਲੋਂ ਆ। ਉਹਨੇ ਕਿਹਾ ਤੂੰ ਪ੍ਰਾਰਥਨਾ ਕਰ ਕਿ ਮੇਰੀ ਬਾਂਹ ਫਿਰ ਤੋਂ ਪਹਿਲਾਂ ਵਾਂਗੂ ਸਹੀ ਹੋ ਜਾਏ। ਉਹਨੇ ਪ੍ਰਾਰਥਨਾ ਕੀਤੀ, ਬਾਂਹ ਸਹੀ ਹੋ ਗਈ। ਜਦੋਂ ਇਦਾਂ ਹੋਇਆ ਤਾਂ ਰਾਜਾ ਨੇ ਕਿਹਾ ਕਿ ਤੂੰ ਚੱਲ ਮੇਰੇ ਘਰ ਦੇ ਵਿੱਚ, ਤੂੰ ਮੇਰੇ ਨਾਲ ਰੋਟੀ ਖਾ, ਮੇਰੇ ਨਾਲ ਟਾਈਮ ਸਪੈਂਡ ਕਰ। ਉਹ ਕਹਿੰਦਾ ਨਹੀਂ, ਮੈਂ ਨਹੀਂ ਜਾਵਾਂਗਾ। ਕਿਉਂ? ਕਿਉਂਕਿ ਪਰਮੇਸ਼ਵਰ ਨੇ ਮੈਨੂੰ ਕਿਹਾ ਜਦੋਂ ਤੂੰ ਆਪਣਾ ਇਹ ਕੰਮ ਕਰ ਲਵੇਂ, ਤੂੰ ਰਾਜੇ ਨੂੰ ਜਾ ਕੇ ਮੇਰਾ ਮੈਸੇਜ ਦੇ ਦੇਵੇਂ, ਜਿਸ ਰਸਤੇ ਤੋਂ ਜਾਵੇਂ ਉਸ ਰਸਤੇ ਤੋਂ ਵਾਪਸ ਨਾ ਆਵੀਂ, ਕਿਸੇ ਨਾਲ ਗੱਲ ਨਾ ਕਰੀ, ਕਿਸੇ ਨਾਲ ਟਾਈਮ ਸਪੈਂਡ ਨਾ ਕਰੀ, ਕਿਤੇ ਕੁਝ ਖਾਈ ਨਾ, ਕਿਤੇ ਕੁਝ ਪੀ ਨਾ, ਜਿਸ ਤਰ੍ਹਾਂ ਜਾਵੇਂ ਦੂਸਰੇ ਰਸਤੇ ਤੋਂ ਤੂੰ ਵਾਪਸ ਆ ਜਾਏਂਗਾ। ਜਦੋਂ ਉਹ ਇਹ ਕਹਿ ਕੇ ਵਾਪਸ ਜਾ ਰਿਹਾ ਸੀ ਤਾਂ ਬਾਈਬਲ ਕਹਿੰਦੀ ਰਾਹ ਦੇ ਵਿੱਚੋਂ ਇੱਕ ਹੋਰ ਨਬੀ ਉਹ ਉੱਠਿਆ। ਉਹ ਉਸ ਨਬੀ ਦੇ ਨਾਲ ਜੋ ਪਰਮੇਸ਼ਰ ਵੱਲੋਂ ਆਇਆ ਸੀ ਜਾ ਕੇ ਉਹਨੂੰ ਕਹਿਣ ਲੱਗਿਆ ਕਿ ਤੂੰ ਮੇਰੇ ਘਰ ਚੱਲ, ਮੇਰੇ ਨਾਲ ਰੋਟੀ ਖਾ, ਟਾਈਮ ਸਪੈਂਡ ਕਰ। ਤੇ ਉਹ ਨਬੀ ਕਹਿੰਦਾ ਕਿ ਨਹੀਂ, ਮੈਂ ਨਹੀਂ ਜਾਵਾਂਗਾ ਕਿਉਂਕਿ ਮੈਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ। ਪਰਮੇਸ਼ਰ ਨੇ ਮੈਨੂੰ ਕਿਹਾ ਕਿ ਤੂੰ ਜਾ, ਮੇਰਾ ਮੈਸੇਜ ਦੇ ਤੇ ਵਾਪਸ ਆ ਜਾ। ਦੂਸਰੇ ਨਬੀ ਨੇ ਉਹਨੂੰ ਕੀ ਕਿਹਾ ਕਿ ਮੈਂ ਵੀ ਨਬੀ ਹਾਂ, ਮੈਨੂੰ ਪਰਮੇਸ਼ਰ ਨੇ ਦੂਤ ਨੇ ਦਰਸ਼ਨ ਦੇ ਕੇ ਕਿਹਾ ਕਿ ਤੈਨੂੰ ਮੈਂ ਆਪਣੇ ਘਰੇ ਬੁਲਾਵਾਂ, ਰੋਟੀ ਖਵਾਵਾਂ, ਟਾਈਮ ਸਪੈਂਡ ਕਰਾਂ ਤੇ ਤੂੰ ਸਵੇਰੇ ਚਲਾ ਜਾਈਂ। ਉਹਦੀ ਗੱਲ ਸੁਣ ਕੇ ਉਹਦੇ ਨਾਲ ਚਲਾ ਗਿਆ।
ਬਾਈਬਲ ਕਹਿੰਦੀ ਜਦੋਂ ਉਹ ਉਹਦੀ ਗੱਲ ਸੁਣ ਕੇ ਉਸੇ ਤਰ੍ਹਾਂ ਉਹਦੇ ਨਾਲ ਚਲਿਆ ਗਿਆ, ਉਹਨੇ ਪਰਮੇਸ਼ਰ ਦੀ ਆਵਾਜ਼ ਦੀ ਵੇਟ ਨਹੀਂ ਕੀਤੀ ਤਾਂ ਉਹਨੂੰ ਉਹਦਾ ਦੰਡ ਭੋਗਣਾ ਪਿਆ। ਬਾਈਬਲ ਕਹਿੰਦੀ ਹੈ ਜਦੋਂ ਉਹ ਇਸ ਤਰ੍ਹਾਂ ਕਰ ਚੁੱਕਿਆ ਤੇ ਜਦੋਂ ਉਹ ਫਿਰ ਤੋਂ ਵਾਪਸ ਰੋਟੀ ਖਾਣ ਤੋਂ ਬਾਅਦ ਉਹ ਨਿਕਲਿਆ ਘਰ ਜਾਣ ਲਈ ਤਾਂ ਰਾਹ ਦੇ ਵਿੱਚ ਉਹਨੂੰ ਇੱਕ ਸ਼ੇਰ ਮਿਲਿਆ। ਸ਼ੇਰ ਨੇ ਉਹਨੂੰ ਉੱਥੇ ਫਾੜ ਕੇ ਸੁੱਟ ਦਿੱਤਾ। ਉਹ ਜਿਸ ਗਧੇ ਤੇ ਸੀ, ਸ਼ੇਰ ਨੇ ਗਧੇ ਨੂੰ ਕੋਈ ਹਾਨੀ ਨਹੀਂ ਪਹੁੰਚਾਈ, ਕੋਈ ਨੁਕਸਾਨ ਨਹੀਂ ਕੀਤਾ, ਉਹਨੂੰ ਖਾਧਾ ਨਹੀਂ, ਸਿਰਫ ਉਹਨੂੰ ਫਾੜ ਦਿੱਤਾ, ਉਹਨੂੰ ਫਾੜ ਕੇ ਮਾਰ ਕੇ ਉੱਥੇ ਹੀ ਸੁੱਟ ਦਿੱਤਾ। ਜਦ ਕਿ ਜੇ ਸ਼ੇਰ ਨੇ ਉਹਨੂੰ ਫਾੜਿਆ ਸੀ ਤਾਂ ਉਹਨੂੰ ਖਾਣਾ ਚਾਹੀਦਾ ਸੀ ਜਾਂ ਉਸ ਤੋਂ ਪਹਿਲਾਂ ਉਸ ਗਧੇ ਨੂੰ ਖਾਣਾ ਚਾਹੀਦਾ ਸੀ, ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਇਸ ਤਰ੍ਹਾਂ ਕਿਉਂ ਹੋਇਆ? ਕਿਉਂਕਿ ਪਰਮੇਸ਼ਵਰ ਨੇ ਹੀ ਉਸ ਸ਼ੇਰ ਨੂੰ ਠਹਿਰਾਇਆ ਸੀ, ਕਿਉਂਕਿ ਉਹ ਨਬੀ ਉਸ ਆਵਾਜ਼ ਨੂੰ ਸੁਣਨ ਤੋਂ ਬਾਅਦ ਉਸ ਚੀਜ਼ ਨੂੰ ਆਗਿਆਕਾਰੀਤਾ 'ਚ ਨਹੀਂ ਰੱਖ ਸਕਿਆ, ਕੰਟੀਨਿਊਸ ਉਹਨੂੰ ਨਹੀਂ ਸੁਣ ਸਕਿਆ। ਬਾਈਬਲ ਕਹਿੰਦੀ ਹੈ ਕਿ ਪਰਮੇਸ਼ਵਰ ਦੇ ਨਾਲ ਬਣੇ ਰਹਿਣਾ ਭਲਾ ਹੈ। ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਕੁਛ ਕਰਨਾ ਤੇ ਉਸ ਤੋਂ ਬਾਅਦ ਉਹਨੂੰ ਕੰਟੀਨਿਊ ਨਾ ਕਰ ਸਕਣਾ, ਇਹ ਡੇਂਜਰਸ ਗੱਲ ਹੈ। ਹਾਲੇਲੂਇਆ। ਅਸੀਂ ਪਰਮੇਸ਼ਰ ਦੇ ਨਾਲ ਟਾਈਮ ਸਪੈਂਡ ਕਰਦੇ ਹਾਂ। ਟਾਈਮ ਸਪੈਂਡ ਕਰਨ ਤੋਂ ਬਾਅਦ ਪਰਮੇਸ਼ਰ ਸਾਡੇ ਲਾਈਫ ਦੇ ਵਿੱਚ ਕੰਮ ਕਰਦਾ। ਪਰਮੇਸ਼ਰ ਸਾਨੂੰ ਉੱਚੀਆਂ ਥਾਵਾਂ ਤੇ ਲੈ ਕੇ ਜਾਂਦਾ, ਸਾਡੇ ਫਾਈਨੈਂਸ ਨੂੰ ਸੁਧਾਰਦਾ, ਸਾਡੇ ਬੱਚਿਆਂ ਨੂੰ ਸਹੀ ਕਰਦਾ, ਸਾਡੇ ਘਰ ਨੂੰ ਫਿਕਸ ਕਰ ਦਿੰਦਾ। ਹਰ ਚੀਜ਼ ਸਭ ਕੁਝ ਸਹੀ ਚੱਲ ਰਹੀ ਹੈ। ਜਦੋਂ ਇਸ ਤਰ੍ਹਾਂ ਹੋ ਜਾਂਦਾ, ਉਹਦੇ ਤੋਂ ਬਾਅਦ ਅਸੀਂ ਪਰਮੇਸ਼ਰ ਨਾਲ ਟਾਈਮ ਸਪੈਂਡ ਨਹੀਂ ਕਰਦੇ, ਪਰਮੇਸ਼ਰ ਦੇ ਵਚਨ ਨੂੰ ਨਹੀਂ ਪੜ੍ਹਦੇ, ਪਰਮੇਸ਼ਰ ਦੇ ਨਾਲ ਅਸੀਂ ਬਿਲਕੁਲ ਕੱਟ ਆਫ ਕਰ ਦਿੰਦੇ ਹਾਂ। ਇਹ ਡੇਂਜਰਸ ਗੱਲ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਪਰਮੇਸ਼ਰ ਸਾਡੇ ਨਾਲ ਗੱਲ ਕਰਨੀ ਬੰਦ ਕਰੇਗਾ, ਪਰਮੇਸ਼ਰ ਦੀ ਆਵਾਜ਼ ਆਉਣੀ ਬੰਦ ਹੋਏਗੀ। ਜਦੋਂ ਪਰਮੇਸ਼ਰ ਦੀ ਆਵਾਜ਼ ਆਉਣੀ ਬੰਦ ਹੋਏਗੀ, ਪਰਮੇਸ਼ਰ ਦੀ ਗੱਲ ਸੁਣਨੀ ਬੰਦ ਹੋਏਗੀ, ਫਿਰ ਚੀਜ਼ਾਂ ਫਰਕ ਹੋਣੀਆਂ ਸ਼ੁਰੂ ਹੋ ਜਾਣਗੀਆਂ। ਨੁਕਸਾਨ ਕਰਨ ਲਈ ਸ਼ੈਤਾਨ ਫਿਰ ਤਿਆਰ ਬੈਠਾ ਹੈ। ਹਾਲੇਲੂਇਆ। ਬਾਈਬਲ ਕਹਿੰਦੀ ਕਿ ਤੁਸੀਂ ਜਿਉਂਦੇ ਪਰਮੇਸ਼ਰ ਨੂੰ ਜਾਣ ਕੇ ਜਿਉਂ ਪਾਪ ਕਰ ਰਹੇ ਹੋ, ਇਹਦੇ ਤੋਂ ਚੰਗਾ ਸੀ ਤੁਸੀਂ ਉਹਨੂੰ ਜਾਣਦੇ ਹੀ ਨਾ। ਇਹਦਾ ਮਤਲਬ ਕਿ ਜੇ ਅਸੀਂ ਪਰਮੇਸ਼ਰ ਨੂੰ ਜਾਣ ਲਿਆ, ਯੀਸ਼ੂ ਮਸੀਹ ਨੂੰ ਜਾਣ ਲਿਆ, ਤਾਂ ਅਸੀਂ ਆਪਣੇ ਪਾਪਾਂ ਤੋਂ ਮਨ ਫਰਾਈਏ, ਤੌਬਾ ਕਰੀਏ, ਗੁਨਾਹਾਂ ਤੋਂ ਫਿਰ ਜਾਈਏ, ਉਹਦੇ ਵੱਲ ਪੂਰੇ ਮਨ ਨਾਲ ਫਿਰ ਕੇ ਉਹਦੇ ਅਕੋਰਡਿੰਗ ਚੱਲ ਸਕੀਏ। ਯੀਸ਼ੂ ਮਸੀਹ ਨੂੰ ਜਦੋਂ ਸ਼ੈਤਾਨ ਨੇ ਆ ਕੇ ਉਹਦੀ ਪ੍ਰੀਖਿਆ ਕੀਤੀ ਤਾਂ ਉਹਨੇ ਇਹ ਨਹੀਂ ਕਿਹਾ ਕਿ ਮੈਂ ਤਾਂ 40 ਦਿਨ ਦੇ ਉਪਵਾਸ ਕਰਕੇ ਆਇਆ, ਮੈਂ ਤਾਂ ਪਰਮੇਸ਼ਰ ਦਾ ਪੁੱਤਰ ਹਾਂ, ਤੂੰ ਮੈਨੂੰ ਕੀ ਕਹਿਣਾ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਆ, ਤੂੰ ਦੇਖ ਮੇਰੇ ਵਾਸਤੇ ਭਵਿੱਖਬਾਣੀ ਹੋਈ ਸੀ, ਤੂੰ ਦੇਖ ਮੈਂ ਇੰਨੇ ਚਮਤਕਾਰ ਕੀਤੇ। ਨੋ, ਯੀਸ਼ੂ ਮਸੀਹ ਨੇ ਕੋਈ ਉਹਦੇ ਨਾਲ ਡਿਸਕਸ ਨਹੀਂ ਕੀਤੀ, ਕੋਈ ਬਹਿਸ ਨਹੀਂ ਕੀਤੀ। ਯੀਸ਼ੂ ਮਸੀਹ ਨੇ ਇਸ ਚੀਜ਼ ਨੂੰ ਜਾਣ ਲਿਆ ਸੀ ਕਿ ਮੇਰੇ ਪਿਤਾ ਦੀ ਆਵਾਜ਼ ਨਹੀਂ, ਇਹ ਸ਼ੈਤਾਨ ਦੀ ਆਵਾਜ਼ ਹੈ। ਕਿ ਅੱਜ ਅਸੀਂ ਆਪਣੀ ਲਾਈਫ ਦੇ ਵਿੱਚ ਇਸ ਚੀਜ਼ ਨੂੰ ਸੋਚ ਪਾਉਂਦੇ ਹਾਂ, ਸਮਝ ਪਾਉਂਦੇ ਹਾਂ, ਸੁਣ ਪਾਉਂਦੇ ਹਾਂ ਕਿ ਜੋ ਸਾਨੂੰ ਦਿਖ ਰਿਹਾ, ਜੋ ਅਸੀਂ ਸੁਣ ਰਹੇ ਹਾਂ, ਕਿ ਇਹ ਪਰਮੇਸ਼ਰ ਵੱਲੋਂ ਹੈ ਜਾਂ ਸ਼ੈਤਾਨ ਵੱਲੋਂ ਹੈ। ਹਾਲੇਲੂਇਆ। ਯਾਦ ਰੱਖੋ, ਹਰ ਇੱਕ ਚੰਗਾ ਦਰਵਾਜ਼ਾ ਪਰਮੇਸ਼ਰ ਵੱਲੋਂ ਨਹੀਂ ਹੁੰਦਾ। ਹਰ ਇੱਕ ਅੜਚਨ, ਹਰ ਇੱਕ ਖਰਾਬ ਦਰਵਾਜ਼ਾ ਸ਼ੈਤਾਨ ਵੱਲੋਂ ਨਹੀਂ ਹੁੰਦਾ। ਕਈ ਵਾਰ ਪਰਮੇਸ਼ਰ ਸਾਡੀ ਲਾਈਫ ਦੇ ਵਿੱਚ ਕੁਝ ਚੀਜ਼ਾਂ ਨੂੰ ਅਲਾਉ ਕਰਦਾ ਹੋਣ ਲਈ ਤਾਂ ਕਿ ਅਸੀਂ ਉਹਦੇ ਹੋਰ ਨੇੜੇ ਜਾ ਸਕੀਏ, ਤੇ ਕਈ ਵਾਰ ਉਹ ਕੁਝ ਚੀਜ਼ਾਂ ਨੂੰ ਸਾਡੇ ਤੋਂ ਅਲੱਗ ਕਰ ਦਿੰਦਾ ਤਾਂ ਕਿ ਉਹ ਆਉਣ ਵਾਲੇ ਟਾਈਮ 'ਚ ਸਾਡਾ ਨੁਕਸਾਨ ਨਾ ਕਰ ਸਕਣ। ਮੈਂ ਇਸ ਚੀਜ਼ ਦਾ ਦਾਅਵਾ ਕਰਦਾ, ਜੇ ਅੱਜ ਦੇ ਟਾਈਮ 'ਚ ਇਸ ਤਰ੍ਹਾਂ ਹੋ ਜਾਂਦਾ ਤਾਂ ਉੱਥੇ ਬਲੀਵਰ ਨੇ ਇਹ ਨਹੀਂ ਸੋਚਣਾ ਸੀ ਕਿ ਇਹ ਸ਼ੈਤਾਨ ਹੈ। ਉਹਨੇ ਸੋਚਣਾ ਸੀ ਕਿ ਪਰਮੇਸ਼ਰ ਨੇ ਮੈਨੂੰ ਇੰਨੀ ਪਾਵਰਸ ਦੇਤੀਆਂ ਕਿ ਮੈਂ ਪੱਥਰਾਂ ਨੂੰ ਰੋਟੀਆਂ ਬਣਾ ਦਿਆਂ। ਪਰਮੇਸ਼ਰ ਮੈਨੂੰ ਅਪਰਚੁਨਿਟੀ ਦੇ ਰਿਹਾ ਖੰਗੂਰੇ ਤੇ ਲਿਜਾ ਕੇ ਕਿ ਸਾਰਾ ਕੁਝ ਮੈਂ ਤੈਨੂੰ ਦੇ ਦਿਆਂ। ਉਹ ਸ਼ੈਤਾਨ ਵੀ ਅੱਜ ਦੇ ਬਲੀਵਰ ਨੂੰ ਇੱਕ ਸਵਰਗਦੂਤ ਲੱਗਣਾ ਸੀ ਕਿ ਮੈਂ ਇਹਨੂੰ ਦੰਡਵਤ ਕਰਾਂ ਤੇ ਸਭ ਚੀਜ਼ਾਂ ਦੇ ਉੱਤੇ ਮੈਂ ਅਥਾਰਟੀ ਰੱਖ ਲਵਾਂ। ਹਾਲੇਲੂਇਆ। ਕਿਸੇ ਚੀਜ਼ ਨੂੰ ਕਰਨਾ ਮੁਸ਼ਕਲ ਕੰਮ ਨਹੀਂ ਆ, ਉਹਨੂੰ ਕਰਦੇ ਰਹਿਣਾ ਮੁਸ਼ਕਲ ਕੰਮ ਹੈ। ਪਵਿੱਤਰਤਾ 'ਚ ਇੱਕ ਵਾਰ ਚੱਲਣਾ ਮੁਸ਼ਕਲ ਨਹੀਂ ਹੈ, ਪਵਿੱਤਰਤਾ 'ਚ ਬਣੇ ਰਹਿਣਾ ਇੱਕ ਵੱਡੀ ਗੱਲ ਹੈ। ਪਾਪ ਨਾ ਕਰਨਾ ਮੁਸ਼ਕਲ ਨਹੀਂ ਹੈ, ਪਾਪ ਨੂੰ ਹਮੇਸ਼ਾ ਲਈ ਮਨਾ ਕਰਨਾ ਇਹ ਮੁਸ਼ਕਲ ਗੱਲ ਹੈ। ਅੱਜ ਅਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਲਾਈਫ ਨੂੰ ਚੱਲਣ ਵਾਲੇ ਹੋ ਸਕਦੇ ਹਾਂ, ਪਰ ਕੀ ਅਸੀਂ ਇਹਨੂੰ ਕੰਟੀਨਿਊਸਲੀ ਉੱਦਾਂ ਹੀ ਕਰਨ ਵਾਲੇ ਹਾਂ? ਅੱਜ ਅਸੀਂ ਨਸ਼ਾ ਛੱਡ ਦਿੱਤਾ, ਕਿ ਅਸੀਂ ਅੱਜ ਤੋਂ ਬਾਅਦ ਇਹਨੂੰ ਨਹੀਂ ਕਰਾਂਗੇ? ਇਸ ਤਰ੍ਹਾਂ ਕਰਨ ਵਾਸਤੇ ਅਸੀਂ ਆਪਣੇ ਮਾਈਂਡ ਨੂੰ ਸੈਟਅਪ ਕਰ ਲਿਆ। ਅਸੀਂ ਚੋਰੀ ਨਹੀਂ ਕਰਦੇ, ਚੰਗੀ ਗੱਲ ਹੈ, ਪਰ ਹਮੇਸ਼ਾ ਲਈ ਉਹਨੂੰ ਛੱਡਣਾ ਇਹ ਇੱਕ ਟਫ ਚੀਜ਼ ਹੈ। ਉਹ ਹੋਏਗੀ, ਉਹ ਕਿੱਦਾਂ ਪੋਸੀਬਲ ਹੈ? ਜਦੋਂ ਅਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਾਂਗੇ। ਯਾਦ ਰੱਖੋ, ਪਰਮੇਸ਼ਰ ਨੇ ਜਦੋਂ ਸਾਨੂੰ ਪਵਿੱਤਰ ਆਤਮਾ ਦਿੱਤਾ ਤਾਂ ਪਵਿੱਤਰ ਆਤਮਾ ਸਾਨੂੰ ਆਵਾਜ਼ ਦੇਗਾ। ਬਾਈਬਲ ਕਹਿੰਦੀ ਜੋ ਤੂੰ ਚੱਲੇਗਾ ਤੇਰੇ ਪਿੱਛੋਂ ਇੱਕ ਆਵਾਜ਼ ਆਏਗੀ, ਰਾਹ ਸਹੀ ਇਹੀ ਹੈ, ਇਹਦੇ ਉੱਤੇ ਚੱਲ।
ਜਦੋਂ ਅਸੀਂ ਇੱਕ ਉਸ ਆਵਾਜ਼ ਨੂੰ ਸੁਣ ਕੇ ਉਹਦੇ ਪਿੱਛੇ ਚੱਲਾਂਗੇ, ਅਸੀਂ ਪਾਪ ਤੋਂ ਦੂਰ ਰਵਾਂਗੇ, ਅਸੀਂ ਵਿਚਾਰ ਤੋਂ, ਨਸ਼ਿਆਂ ਤੋਂ ਦੂਰ ਰਵਾਂਗੇ, ਕਲਾਮ ਦੇ ਨਾਲ ਜੁੜੇ ਰਵਾਂਗੇ, ਬਾਈਬਲ ਰੋਜ਼ ਪੜਾਂਗੇ, ਪ੍ਰਾਰਥਨਾ ਰੋਜ਼ ਕਰਾਂਗੇ, ਪਰਮੇਸ਼ਰ ਗੱਲ ਕਰੇਗਾ। ਹਾਲੇਲੂਇਆ। ਪਰਮੇਸ਼ਰ ਸ਼ੈਤਾਨ ਨੂੰ ਡਾਂਟੇਗਾ, ਝਿੜਕੇਗਾ, ਉਹ ਤੁਹਾਡੇ ਨੁਕਸਾਨ ਲਈ ਨਹੀਂ ਹੋਏਗਾ। ਬਾਈਬਲ ਕਹਿੰਦੀ ਤੇਰੇ ਪਾਸੇ 1000, ਸੱਜੇ ਹੱਥ 10,000 ਗਿਰਨਗੇ, ਉਹ ਤੇਰੇ ਕੋਲ ਨਹੀਂ ਆਏਗਾ। ਇਹਦਾ ਮਤਲਬ ਹਾਲਾਤ ਦੁਨੀਆ ਦੇ ਚੇਂਜ ਹੋ ਜਾਣ ਇਹ ਪੋਸੀਬਲ ਨਹੀਂ, ਪਰ ਉਹ ਤੇਰਾ ਨੁਕਸਾਨ ਨਹੀਂ ਕਰ ਸਕੇਗਾ ਅਗਰ ਤੂੰ ਪਰਮੇਸ਼ਰ ਦੇ ਨਾਲ ਬਣਿਆ ਰਹੇਗਾ, ਅਗਰ ਤੂੰ ਕਲਾਮ ਨੂੰ ਪੜਨ ਵਾਲਾ ਹੋਏਗਾ। ਹਾਲੇਲੂਇਆ। ਪਰ ਇਹ ਹੋਏਗਾ ਕਿੱਦਾਂ? ਜਦੋਂ ਅਸੀਂ ਪਰਮੇਸ਼ਰ ਦੇ ਨਾਲ ਬਣੇ ਰਵਾਂਗੇ, ਕਲਾਮ ਨੂੰ ਅਸੀਂ ਪੜ੍ਹਦੇ ਰਵਾਂਗੇ, ਵਚਨ ਨੂੰ ਅਸੀਂ ਮੈਡੀਟੇਟ ਕਰਦੇ ਰਵਾਂਗੇ, ਅਸੀਂ ਆਰਾਧਨਾ ਕਰਾਂਗੇ, ਅਸੀਂ ਫਾਸਟਿੰਗ ਕਰਾਂਗੇ, ਅਸੀਂ ਪਰਮੇਸ਼ਰ ਦੇ ਨਾਲ ਜੁੜੇ ਰਵਾਂਗੇ। ਪਰਮੇਸ਼ਰ ਉਹਨਾਂ ਰਸਤਿਆਂ ਨੂੰ ਸਿੱਧਾ ਕਰ ਦੇਗਾ ਜੋ ਸਾਨੂੰ ਸਿੱਧੇ ਨਜ਼ਰ ਨਹੀਂ ਆਉਂਦੇ। ਹਾਲੇਲੂਇਆ। ਅੱਜ ਸਾਨੂੰ ਲੱਗਦਾ ਕਿ ਪਰਮੇਸ਼ਰ ਮੇਰੀ ਪ੍ਰਾਰਥਨਾ ਨਹੀਂ ਸੁਣਦਾ। ਕਿਉਂ ਨਹੀਂ ਸੁਣਦਾ ਪ੍ਰਾਰਥਨਾ? ਕਿਉਂਕਿ ਜਦੋਂ ਉਹਨੇ ਸਾਨੂੰ ਕੁਝ ਇਨਸਟਰਕਸ਼ਨਸ ਦਿੱਤੀਆਂ, ਜਦੋਂ ਸਾਨੂੰ ਉਹਨੇ ਕੁਝ ਚੀਜ਼ਾਂ ਨੂੰ ਚੇਂਜ ਕਰਨ ਲਈ ਕਿਹਾ, ਕੁਝ ਚੀਜ਼ਾਂ ਨੂੰ ਅਡਾਪਟ ਕਰਨ ਲਈ ਕਿਹਾ, ਕੁਝ ਚੀਜ਼ਾਂ ਨੂੰ ਛੱਡਣ ਲਈ ਕਿਹਾ, ਅਸੀਂ ਉਹਦੀ ਆਵਾਜ਼ ਨੂੰ ਨਹੀਂ ਸੁਣਿਆ, ਅਸੀਂ ਉਹਨੂੰ ਆਨਰ ਨਹੀਂ ਕੀਤਾ। ਸਾਨੂੰ ਲੱਗਿਆ ਨੋ, ਇਹ ਬਾਕੀ ਸਾਰੇ ਇਦਾਂ ਕਰਦੇ ਆ ਤਾਂ ਮੈਂ ਵੀ ਇਸ ਤਰ੍ਹਾਂ ਹੀ ਕਰਾਂ, ਮੇਰੇ ਨਾਲ ਵੀ ਇਸ ਤਰ੍ਹਾਂ ਹੀ ਠੀਕ ਹੈ। ਜੇ ਦੁਨੀਆ 'ਚ ਰਹਿ ਰਹੇ ਹਾਂ ਤਾਂ ਦੁਨੀਆ ਵਾਂਗੂ ਚੱਲਣਾ ਵੀ ਪਏਗਾ। ਸਾਨੂੰ ਇਦਾਂ ਦੀਆਂ ਗੱਲਾਂ ਜਦੋਂ ਦਿਮਾਗ 'ਚ ਆਉਂਦੀਆਂ, ਅਸੀਂ ਉਹਦੇ ਨਾਲ ਬਹਿ ਜਾਂਦੇ ਹਾਂ। ਸਾਨੂੰ ਲੱਗਦਾ ਜੇ ਬਾਕੀ ਕਰ ਰਹੇ ਆ ਤਾਂ ਅਸੀਂ ਵੀ ਕਰ ਲਵਾਂਗੇ ਤਾਂ ਕੀ ਫਰਕ ਪਏਗਾ। ਇਸ ਤਰ੍ਹਾਂ ਨਹੀਂ ਹੈ। ਜਦੋਂ ਅਸੀਂ ਪਰਮੇਸ਼ਰ ਦੇ ਨਾਲ ਚੱਲਾਂਗੇ ਤਾਂ ਸ਼ਾਇਦ ਦੁਨੀਆ ਨੂੰ ਸਾਡੀਆਂ ਗੱਲਾਂ ਵਧੀਆ ਨਹੀਂ ਲੱਗਣਗੀਆਂ, ਸਾਡਾ ਤੌਰ ਤਰੀਕਾ ਵਧੀਆ ਨਹੀਂ ਲੱਗੇਗਾ। ਪਰ ਜਦੋਂ ਅਸੀਂ ਪਰਮੇਸ਼ਰ ਨਾਲ ਖੜੇ ਰਵਾਂਗੇ, ਉਹਦੀ ਆਵਾਜ਼ ਨੂੰ ਸੁਣਨ ਦੀ ਆਦਤ ਪਾ ਲਵਾਂਗੇ, ਵਚਨ ਨੂੰ ਪੜ੍ਹਨ ਦੀ ਆਦਤ ਪਾ ਲਵਾਂਗੇ, ਜਦੋਂ ਅਸੀਂ ਚੀਜ਼ਾਂ ਨੂੰ ਉਸ ਤਰ੍ਹਾਂ ਕਰ ਲਵਾਂਗੇ ਜਿਸ ਤਰ੍ਹਾਂ ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਜਦੋਂ ਇਸ ਤਰ੍ਹਾਂ ਚੀਜ਼ਾਂ ਸੈਟਅਪ ਹੋ ਜਾਣਗੀਆਂ ਤਾਂ ਬਾਈਬਲ ਦੱਸਦੀ ਹੈ ਫਿਰ ਕੋਈ ਮਾਇਨੇ ਨਹੀਂ ਕਰਦਾ ਕਿ ਸਾਡੇ ਮੂਹਰੇ ਕੌਣ ਹੈ, ਕੋਈ ਮਾਇਨੇ ਨਹੀਂ ਕਰਦਾ ਸਾਡੇ ਹਾਲਾਤ ਕੀ ਹੈ, ਅਸੀਂ ਟਿਊਨ ਅਪ ਰਹਾਂਗੇ ਹਮੇਸ਼ਾ ਉਹਦੀ ਆਵਾਜ਼ ਦੇ ਨਾਲ। ਹਾਲੇਲੂਇਆ। ਜਿਵੇਂ ਯੀਸ਼ੂ ਮਸੀਹ ਟਿਊਨ ਅਪ ਸੀ, ਉਹ ਡਿਜ਼ਰਨਿੰਗ ਸਪਿਰਿਟ ਰੱਖਦਾ ਸੀ, ਉਹ ਪਛਾਣਦਾ ਸੀ ਕਿ ਕਿਹੜੇ ਵਰਡਸ ਪਰਮੇਸ਼ਰ ਵੱਲੋਂ ਹੈ। ਉਹ ਅਗਰੈਸਿਵ ਨਹੀਂ ਹੋ ਜਾਂਦਾ ਸੀ, ਉਹ ਸ਼ੈਤਾਨ ਦੀਆਂ ਗੱਲਾਂ 'ਚ ਆ ਕੇ, ਸ਼ੈਤਾਨ ਦੀਆਂ ਭਰਮਾਵਿਆਂ 'ਚ ਆ ਕੇ ਅਗਰੈਸਿਵ ਹੋ ਕੇ ਉਹਨੂੰ ਜਵਾਬ ਨਹੀਂ ਦਿੰਦਾ ਸੀ। ਉਹਨੇ ਇਸ ਗੱਲ ਨੂੰ ਕਹਿ ਕੇ ਸ਼ੈਤਾਨ ਦੇ ਪਿੱਛੇ ਨਹੀਂ ਪੈ ਗਿਆ, ਉਹਨੂੰ ਸ਼ਰਾਪ ਨਹੀਂ ਦੇਣ ਲੱਗਿਆ, ਉਹਨੂੰ ਉੱਥੋਂ ਭਜਾ ਨਹੀਂ ਦਿੱਤਾ। ਪਰ ਉਹ ਕਹਿੰਦਾ ਲਿਖਿਆ ਜੇ ਤੂੰ ਕਹਿਣਾ ਹੈ ਕਿ ਪੱਥਰ ਨੂੰ ਕਹਿ ਰੋਟੀਆਂ ਬਣ ਜਾਣ, ਤੇ ਇਹ ਵੀ ਲਿਖਿਆ ਕਿ ਇਨਸਾਨ ਸਿਰਫ ਰੋਟੀ ਨਾਲ ਜਿਉਂਦਾ ਨਹੀਂ ਰਹਿੰਦਾ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਤੁਸੀਂ ਇਹਨਾਂ ਵਚਨਾਂ ਦੇ ਨਾਲ ਬਲੈਸ ਹੋ। ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਲਈ ਮੁਹੱਈਆ ਰੱਖੋਗੇ, ਵਚਨ ਪੜੋਗੇ, ਰੋਜ਼ ਬਾਈਬਲ ਪੜੋਗੇ, ਪ੍ਰਾਰਥਨਾ ਕਰੋਗੇ। ਇਹ ਹੋ ਨਹੀਂ ਸਕਦਾ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਨਾ ਦੇਵੇ। ਪਰ ਯਾਦ ਰੱਖੋ, ਜਿਸ ਚੀਜ਼ ਨੂੰ ਮਨਾ ਕਰਦਾ ਪਰਮੇਸ਼ਰ ਕਿ ਇਹਨੂੰ ਨਹੀਂ ਕਰਨਾ, ਜਦੋਂ ਅਸੀਂ ਉਹਨੂੰ ਮਨਾ ਕਰਦੇ ਹਾਂ ਤੇ ਜੋ ਉਹ ਕਹਿੰਦਾ ਇਹਨੂੰ ਕਰ, ਜਦੋਂ ਉਹਨੂੰ ਕਰਦੇ ਹਾਂ ਚੀਜ਼ਾਂ ਚੇਂਜ ਹੋਣਗੀਆਂ। ਹਾਲੇਲੂਇਆ। ਆਓ ਅਸੀਂ ਸਾਰੇ ਆਪਣੇ ਸਿਰਾਂ ਨੂੰ ਝੁਕਾ ਕੇ ਅਸੀਂ ਪ੍ਰਾਰਥਨਾ ਕਰਾਂਗੇ। ਮੈਂ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਾਂਗਾ। ਜੇ ਤੁਹਾਡੇ ਵਿੱਚੋਂ ਕੋਈ ਵੀ ਜਨ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਦਿਲ ਦੇਣਾ ਚਾਹੁੰਦਾ, ਆਪਣੇ ਵਿਚਾਰ ਦੇਣਾ ਚਾਹੁੰਦਾ, ਤੁਸੀਂ ਇਹ ਪ੍ਰਾਰਥਨਾ ਮੇਰੇ ਪਿੱਛੇ ਦੁਹਰਾ ਸਕਦੇ ਹੋ। ਸਰਵ ਸ਼ਕਤੀਮਾਨ ਪਰਮੇਸ਼ਵਰ ਯੀਸ਼ੂ ਮਸੀਹ ਨਾਸਰੀ, ਮੈਂ ਤੁਹਾਡਾ ਧੰਨਵਾਦ ਕਰਦਾ ਇਹਨਾਂ ਵਚਨਾਂ ਦੇ ਲਈ। ਮਹਾਨ ਪਰਮੇਸ਼ਵਰ, ਮੈਂ ਪ੍ਰਾਰਥਨਾ ਕਰਦਾ ਜਿੰਨੇ ਲੋਕ ਇਸ ਵਚਨ ਨੂੰ ਇਸ ਵਕਤ ਦੇਖ ਰਹੇ ਨੇ, ਸੁਣ ਰਹੇ ਨੇ ਜਾਂ ਬਾਅਦ 'ਚ ਵੀ ਖੁਦਾਵੰਦ ਸੁਣਨਗੇ, ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹਰ ਇੱਕ ਦੇ ਨਾਲ ਹੋਣਾ, ਹਰ ਇੱਕ ਨੂੰ ਬਲੈਸ ਕਰਨਾ। ਮਹਾਨ ਪਰਮੇਸ਼ਵਰ ਖੁਦਾਵੰਦ, ਇਹਨਾਂ ਜ਼ਿੰਦਗੀਆਂ ਦੇ ਵਿੱਚ ਤੇਰੀ ਆਵਾਜ਼ ਨੂੰ ਸੁਣਿਆ ਜਾ ਸਕੇ। ਖੁਦਾਵੰਦ, ਇਹ ਲੋਕ ਤੇਰੇ ਚਲਾਏ ਚੱਲਣ ਤੁਹਾਡੇ ਦਿਖਾਈ ਦੇਖਣ, ਸ਼ੈਤਾਨ ਦੇ ਭਰਮਾਵੇਂ 'ਚ ਨਾ ਆਣ ਤੇ ਮਹਾਨ ਪਰਮੇਸ਼ਵਰ ਤੁਹਾਨੂੰ ਆਪਣੀ ਲਾਈਫ ਨੂੰ ਸਰੈਂਡਰ ਕਰਨ ਵਾਲੇ ਹੋ। ਤੁਸੀਂ ਮੇਰੇ ਪਿੱਛੇ ਪ੍ਰਾਰਥਨਾ ਕਰ ਸਕਦੇ ਹੋ। ਮਹਾਨ ਪਰਮੇਸ਼ਵਰ, ਅਸੀਂ ਪਾਪੀ ਲੋਕ ਹਾਂ, ਪਰ ਬਾਈਬਲ ਕਹਿੰਦੀ ਹੈ ਕਿ ਤੁਸੀਂ ਪਾਪ ਨਾਲ ਨਫ਼ਰਤ ਕਰਦੇ ਹੋ, ਪਾਪੀ ਨੂੰ ਪਿਆਰ ਕਰਦੇ ਹੋ। ਅੱਜ ਅਸੀਂ ਆਪਣੇ ਪਾਪਾਂ ਨੂੰ ਮੰਨਦੇ ਹਾਂ ਤੇ ਛੱਡ ਦਿੰਦੇ ਹਾਂ ਤੇ ਤੁਹਾਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦੇ ਹਾਂ। ਸਾਡੀ ਜ਼ਿੰਦਗੀ 'ਚ ਆਓ, ਸਾਡੀ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਦੇ ਵੱਲ ਲੈ ਜਾਓ। ਸਾਡੇ ਗੁਨਾਹਾਂ ਨੂੰ ਮਾਫ ਕਰੋ, ਸਾਨੂੰ ਅਨੰਤ ਜੀਵਨ ਦੇ ਵਾਰਿਸ ਬਣਾਓ। ਯੀਸ਼ੂ ਮਸੀਹ ਦੇ ਸਮਰਥੀ ਨਾਮ 'ਚ ਅਸੀਂ ਮੰਗਦੇ ਹਾਂ। ਆਮੀਨ।
ਆਮੀਨ। ਮਹਾਨ ਪਰਮੇਸ਼ਰ, ਮੈਂ ਪ੍ਰਾਰਥਨਾ ਕਰਦਾ ਜਿੰਨੇ ਲੋਕ ਮੈਨੂੰ ਦੇਖ ਰਹੇ ਨੇ ਖੁਦਾਵੰਦ, ਜਿੰਨੇ ਬਾਅਦ 'ਚ ਵੀ ਦੇਖਣਗੇ, ਇਹਨਾਂ 'ਚੋਂ ਜੇ ਕੋਈ ਵੀ ਬਿਮਾਰ ਹੈ, ਕਮਜ਼ੋਰ ਹੈ, ਕਿਸੇ ਦੀ ਕੋਈ ਟਰਬਲ ਹੈ, ਚਾਹੇ ਉਹ ਫਿਜ਼ੀਕਲ ਹੈ, ਫਾਈਨੈਂਸ਼ੀਅਲ ਹੈ, ਸਪਿਰਿਚੁਅਲ ਹੈ, ਯੀਸ਼ੂ ਮਸੀਹ ਦੇ ਸਮਰਥੀ ਨਾਮ 'ਚ ਮੈਂ ਇਹਨਾਂ ਸਾਰਿਆਂ ਨੂੰ ਖੁਦਾਵੰਦ ਹੀਲ ਹੋਣ ਲਈ ਮੰਗ ਲੈਣਾ। ਹਰੇਕ ਨੂੰ ਖੁਦਾਵੰਦ ਮੈਂ ਛੁਟਕਾਰੇ ਦੇ ਲਈ ਮੰਗ ਲੈਣਾ। ਹਰ ਅੰਧਕਾਰ ਦੀਆਂ ਸ਼ਕਤੀਆਂ ਯੀਸ਼ੂ ਮਸੀਹ ਦੇ ਨਾਮ 'ਚ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਛੱਡਣ ਤੇ ਚਲੀਆਂ ਜਾਣ। ਬਿਮਾਰੀਆਂ ਗਿਰਨ, ਅੰਧਕਾਰ ਦੀਆਂ ਸ਼ਕਤੀਆਂ ਖਤਮ ਹੋਣ, ਇਹਨਾਂ ਦੀਆਂ ਜ਼ਿੰਦਗੀਆਂ ਨਵੀਂ ਜ਼ਿੰਦਗੀ ਦੇ ਵੱਲ ਜਾਣ ਵਾਲੀ ਹੋਵੇ। ਯੀਸ਼ੂ ਮਸੀਹ ਦੇ ਸਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ, ਹਾਲੇਲੂਇਆ। ਸੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ, ਤੁਸੀਂ ਆਪਣਾ ਕੀਮਤੀ ਵਕਤ ਕੱਢਿਆ। ਸੋ ਅਸੀਂ ਇੱਕ ਵਾਰ ਫਿਰ ਮਿਲਾਂਗੇ ਨੈਕਸਟ ਵੀਕ ਸੇਮ ਟਾਈਮ 'ਤੇ। ਜੇ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਇਨ ਪਰਸਨ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਉਣਾ, ਤਾਂ ਤੁਸੀਂ ਐਤਵਾਰ ਦੇ ਦਿਨ ਦੁਪਹਿਰ 1 ਵਜੇ ਸਾਡਾ ਐਡਰੈਸ, ਜੋ ਕਿ ਸਕਰੀਨ ਦੇ ਥੱਲੇ ਤੁਸੀਂ ਦੇਖ ਸਕਦੇ ਹੋ, 660 ਈਸਟ 51st ਐਵਨਿਊ ਵੈਂਕੂਵਰ BC, ਤੁਸੀਂ ਆ ਸਕਦੇ ਹੋ। ਅਸੀਂ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦੇਵਾਂਗੇ। ਜੇ ਤੁਹਾਡਾ ਕੋਈ ਵੀ ਕੁਐਸਚਨ ਹੈ, ਪ੍ਰਾਰਥਨਾ ਦਾ ਕੋਈ ਵਿਸ਼ਾ ਹੈ, ਤਾਂ ਵੀ ਤੁਸੀਂ ਸਕਰੀਨ ਦੇ ਥੱਲੇ ਦਿੱਤੇ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ, 7788922250। ਤੁਸੀਂ YouTube ਦੇ ਮਾਧਿਅਮ ਨਾਲ, ਤੁਸੀਂ ਟਵਿੱਟਰ, ਫੇਸਬੁੱਕ, WhatsApp, ਸੋਸ਼ਲ ਮੀਡੀਆ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਜੇ ਤੁਸੀਂ TV ਦੇ ਮਾਧਿਅਮ ਦੇ ਨਾਲ ਸਾਨੂੰ ਤੁਸੀਂ ਵਾਚ ਕਰਨਾ ਚਾਹੁੰਦੇ ਹੋ ਪ੍ਰੋਗਰਾਮਸ ਨੂੰ, ਤਾਂ ਤੁਸੀਂ ਜੋਏ TV ਦੇ ਥਰੂ ਐਵਰੀ ਸੈਟਰਡੇ ਸਵੇਰੇ 11 ਵਜੇ ਤੁਸੀਂ ਪਰਮੇਸ਼ਰ ਦੇ ਕਲਾਮ ਨੂੰ ਸੁਣ ਸਕਦੇ ਹੋ। ਸੋ ਪਰਮੇਸ਼ਰ ਤੁਹਾਡੇ ਨਾਲ ਹੁਣ, ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਣ। ਅਸੀਂ ਫੇਰ ਮਿਲਾਂਗੇ, ਤਦ ਤੱਕ ਦੇ ਲਈ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ। ਗॉड ਬlesਸ ਯੂ ਆਲ। ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਉਹ ਲੱਭਦਾ, ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਉਹ ਲੱਭਦਾ। ਯੀਸ਼ੂ ਕੋਲ ਆਵੇਂ ਤੇ ਚੰਗਾ ਏ, ਦੁਨੀਆ 'ਚ ਤੈਨੂੰ ਦੇ